गुरुजी का संदेश फैलाने और एनिमेटेड वीडियोस बनाने में हमारा सहयोग करें। ज्वाइन बटन दबाकर हमारे मेंबर बने या थैंक्स बटन दबाएं। साखी का हिंदी वर्जन देखने के लिए डिस्क्रिप्शन देखें। श्री गुरु नानक देव जी दे छोटे बेटे बाबा लक्ष्मी दास जी दे पोतरे बाबा मेहर चंद जी डेरा बाबा नानक विच बरगद दे थल्ले बैठे सन। उन्हां दे कोल कुछ भगत भी बैठे सन जो उन्हां कोल ज्ञान दियां गल्लां सुन रहे सन। सारी संगत बाबा जी दे सत्संग नूं सुन रही सी तां अचानक बाबा मेहर चंद जी ने देखिया कि एक कबूतर तड़पदा होया बरगद दे अगे धरती ते आ डिग्या ते हथ पैर मारदा होया तड़प तड़प के दम तोड़न लगा। उसदा सारा शरीर लहू लुहान होया पिया सी। बाबा मेहर चंद जी निर्दोष अते दुखी कबूतर ते होए इस जुल्म नूं सहन ना कर सके। उन्हां दियां अखां गुस्से नाल लाल हो गईयां। ਉਹ ਕਬੂਤਰ ਦੇ ਸ਼ਰੀਰ ਵੱਲ ਦੇਖਣ ਲੱਗੇ। ਗੁਲੇਲ ਲੱਗਣ ਦੇ ਕਾਰਨ ਹੋਏ ਜ਼ਖਮ ਨੂੰ ਦੇਖ ਕੇ ਮੁਖ ਤੋਂ ਆਪਣੇ ਆਪ ਇਹ ਨਿਕਲ ਗਿਆ। ਇਸ ਕਬੂਤਰ ਨੂੰ ਗੁਲੇਲ ਨਾਲ ਮਾਰਨ ਵਾਲੇ ਸੁਣ ਲਿਓ। ਜਿਸ ਪ੍ਰਕਾਰ ਹੈ ਕਬੂਤਰ ਤੜਪ ਤੜਪ ਕੇ ਇੱਥੇ ਮਰ ਰਿਹਾ ਹੈ, ਇਵੇਂ ਹੀ ਤੁਸੀਂ ਵੀ ਇਸ ਤਰ੍ਹਾਂ ਤੜਪ ਤੜਪ ਕੇ ਮਰੋਗੇ। ਇੰਨਾ ਕਹਿਣ ਦੀ ਹੀ ਦੇਰ ਸੀ ਕਿ ਬਾਬਾ ਮੇਹਰ ਚੰਦ ਜੀ ਦੀ ਪਤਨੀ ਅਤੇ ਸਾਰੇ ਰਿਸ਼ਤੇਦਾਰ ਉੱਥੇ ਰੋਂਦੇ ਰੋਂਦੇ ਆ ਗਏ। ਆਪ ਜੀ ਦੇ ਸਾਹਿਬਜ਼ਾਦੇ ਨੇ ਹੀ ਕਬੂਤਰ ਨੂੰ ਗੁਲੇਲ ਮਾਰੀ ਸੀ ਤੇ ਹੁਣ ਇਸੇ ਕਬੂਤਰ ਦੇ ਵਾਂਗ ਦਮ ਤੋੜ ਰਿਹਾ ਏ ਤੇ ਆਪ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਕਥਨ ਸੱਚ ਹੋ ਰਿਹਾ ਏ। ਇਸ ਲਈ ਕਿਰਪਾ ਕਰੋ ਇਸ ਬੱਚੇ ਦੀ ਜਾਨ ਬਚ ਸਕੇ। ਬਾਬਾ ਜੀ ਜਦੋਂ ਆਪਣੇ ਪੁੱਤਰ ਦੇ ਕੋਲ ਗਏ ਤਾਂ ਉਹ ਉਸੇ ਜ਼ਖਮੀ ਕਬੂਤਰ ਦੇ ਵਾਂਗ ਹੀ ਤੜਪ ਰਿਹਾ ਸੀ, ਜਿਉਣ ਦੇ ਲਈ ਮਿੰਨਤਾਂ ਕਰ ਰਿਹਾ ਸੀ। ਪਰ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਸਾਰੇ ਰਿਸ਼ਤੇਦਾਰਾਂ ਅਤੇ ਸੇਵਕਾਂ ਨੇ ਬਾਬਾ ਮੇਹਰ ਚੰਦ ਜੀ ਦੇ ਅੱਗੇ ਆ ਕੇ ਪ੍ਰਾਰਥਨਾ ਕੀਤੀ। ਮਹਾਰਾਜ ਇਸ ਮਾਸੂਮ ਤੇ ਦਇਆ ਕਰੋ। ਇਹ ਅਲੜ ਭੋਲਾ ਬਾਲਕ ਹੈ, ਇਸ ਨੂੰ ਮਾਫ ਕਰ ਦਿਓ। ਇਹ ਰੱਬ ਦਾ ਰੂਪ ਹੈ, ਨਿਰਵੈਰ ਹੈ। इसने जानबूझ के गुलैल नहीं मारी सी, बल्कि स्वाभाविक ही खेड़दे खेड़दे लग गई। इस खानदान दे चिराग नू अपने हाथ नाल ना बुझाओ, ना बुझाओ, ना बुझाओ बाबा जी, ना बुझाओ। ਰਿਸ਼ਤੇਦਾਰਾਂ ਅਤੇ ਸੇਵਕਾਂ ਨੇ ਬਹੁਤ ਮਿੰਨਤਾਂ ਕੀਤੀਆਂ, ਪਰ ਬਾਬਾ ਮੇਹਰ ਚੰਦ ਜੀ ਨੇ ਸਿਰ ਤੇ ਹੱਥ ਫੇਰ ਕੇ ਕਿਹਾ, ਇਸ ਤਰ੍ਹਾਂ ਹੀ ਕਰਤਾਰ ਦਾ ਹੁਕਮ ਸੀ। ਉਸ ਦਾ ਹੁਕਮ ਅਮੀਟ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਜੋ ਉਸ ਦੀ ਰਜ਼ਾ ਵਿੱਚ ਰਹਿੰਦਾ ਹੈ ਉਹ ਉਸ ਦਾ ਹੈ। ਜੋ ਰਜ਼ਾ ਨੂੰ ਨਹੀਂ ਮੰਨਦਾ, ਈਸ਼ਵਰ ਉਸ ਦੇ ਨਾਰਾਜ਼ ਹੁੰਦਾ ਹੈ। ਉਹ ਉਸ ਨੂੰ ਆਪਣਾ ਵੀ ਨਹੀਂ ਮੰਨਦਾ। ਸਾਡੇ ਵੱਡੇ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਰਹਿ ਕੇ ਸਦਾ ਉਸ ਦੀ ਰਜ਼ਾ ਨੂੰ ਮੰਨਿਆ। ਗ੍ਰਸਤ ਵਿੱਚ ਹੀ ਤਿਆਗ ਦਾ ਪ੍ਰਿਣਾਮ ਦੇ ਕੇ ਗ੍ਰਸਤ ਵਿੱਚ ਹੀ ਜੀਵਨ ਨੂੰ ਮੁਕਤੀ ਪ੍ਰਦਾਨ ਕੀਤੀ। ਸਾਡੇ ਬਾਬਾ ਲక్ష్ਮੀ ਦਾਸ ਜੀ ਨੇ ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੂੰ ਸੁਣਿਆ ਕਿ ਆਪਣੇ ਅਸ਼ੁਭ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਲੇਖਾ ਦੇਣਾ ਪੈਂਦਾ ਹੈ, ਤਾਂ ਇੱਕਦਮ ਉਹਨਾਂ ਨੂੰ ਦੁਨੀਆ ਨੂੰ ਤਿਆਗ ਦਿੱਤਾ। ਜਦੋਂ ਸਾਡੀ ਵੱਡੀ ਮਾਤਾ ਸਾਡੀ ਦਾਦੀ ਜੀ ਨੂੰ ਘੋੜੇ ਤੇ ਪਿੱਛੇ ਬਿਠਾ ਕੇ ਲక్ష్ਮੀ ਦਾਸ ਜੀ ਦਾਦਾ ਜੀ ਸ਼ਕਤੀ ਦੇ ਨਾਲ ਪਿਤਾ ਧਰਮਚੰਦ ਜੀ ਨੂੰ ਬਿਠਾ ਕੇ ਆਕਾਸ਼ ਵਿੱਚ ਉਡਾ ਕੇ ਲੈ ਜਾ ਰਹੇ ਸਨ, ਤਾਂ ਸਾਡੇ ਵੇਦੀ ਵੰਸ਼ ਦੀ ਰੱਖਿਆ ਦੇ ਲਈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ 4 ਜੋਜਨ ਬਾਹ ਉੱਚੀ ਕਰਕੇ ਸਾਡੇ ਪਿਤਾ ਧਰਮਚੰਦ ਜੀ ਨੂੰ ਧਰਤੀ ਤੇ ਉਤਾਰਿਆ ਸੀ ਤੇ ਫਿਰ ਉਸ ਦੀ ਰਜ਼ਾ ਵਿੱਚ ਰਹਿ ਕੇ ਆਪ ਉਹਨਾਂ ਦੀ ਪਾਲਣਾ ਕੀਤੀ ਸੀ ਅਤੇ ਵੇਦੀ ਵੰਸ਼ ਨੂੰ ਜਗਤ ਵਿੱਚ ਪ੍ਰਫੁੱਲਿਤ ਕੀਤਾ। ਅਤੇ ਉਸ ਬਾਬਾ ਲక్ష్ਮੀ ਦਾਸ ਜੀ ਦੇ ਵੰਸ਼ ਵਿੱਚੋਂ ਹਾਂ। ਵੱਡੇ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਖੂਨ ਸਾਡੇ ਰਗਾਂ ਵਿੱਚ ਦੌੜ ਰਿਹਾ ਹੈ। ਅਸੀਂ ਕਿਸੇ ਨਾਲ ਧੋਖਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਹ ਕਬੂਤਰ ਵੀ ਕਿਸੇ ਦਾ ਬੱਚਾ ਹੈ, ਉਸ ਦੇ ਮਾਂ-ਬਾਪ ਨੂੰ ਵੀ ਤਾਂ ਇਸੀ ਤਰ੍ਹਾਂ ਦੁੱਖ ਹੋਇਆ ਹੋਵੇਗਾ। ਜਦੋਂ ਇਸ ਬੇਜ਼ੁਬਾਨ ਨੇ ਆਪਣੇ ਉੱਪਰ ਹੁਆ ਜ਼ੁਲਮ ਬਰਦਾਸ਼ਤ ਕਰ ਲਿਆ ਤਾਂ ਅਸੀਂ ਇਨਸਾਨ ਹੋ ਕੇ ਵੀ ਆਪਣੇ ਕੀਤੀ ਜ਼ੁਲਮੀ ਕਰਮਾਂ ਦਾ ਫਲ ਨਾ ਭੁਗਤੀਏ।
ਜਦੋਂ ਬਾਬਾ ਮਿਹਰ ਚੰਦ ਜੀ ਦੇ ਇਹ ਕਥਨ ਸੁਨੇ ਤਾਂ ਕਿਸੇ ਵੀ ਜ਼ੁਬਾਨ ਤੇ ਕੋਈ ਸ਼ਬਦ ਨਹੀਂ ਸੀ ਉੱਤਰ ਦੇਣ ਦੇ ਲਈ। ਉਧਰ ਬਾਲਕ ਨੇ ਪ੍ਰਾਣ ਤਿਆਗ ਦਿੱਤੇ। ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬਾਬਾ ਜੀ ਦਾ ਇੰਨਾ ਸਾਹਸ ਕਿ ਅੱਖਾਂ ਦੇ ਸਾਹਮਣੇ ਪੁੱਤਰ ਤੜਪ ਰਿਹਾ ਸੀ ਅਤੇ ਬਾਬਾ ਜੀ ਦੇਖਦੇ ਰਹੇ। ਆਖਰਕਾਰ ਬੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਅਤੇ ਭਾਣਾ ਮੰਨ ਕੇ ਵਾਪਸ ਘਰ ਆ ਗਏ। ਉਧਰ ਬਾਬਾ ਮਿਹਰ ਚੰਦ ਜੀ ਨੇ ਦੇਖਿਆ ਕਿ ਪਤਨੀ ਅਤੇ ਰਿਸ਼ਤੇਦਾਰ ਬਹੁਤ ਡੋਲ ਚੁੱਕੇ ਹਨ ਤਾਂ ਮੇਰਾ ਵਿੱਚ ਆ ਕੇ ਵਚਨ ਕੀਤਾ, ਜਾਓ ਬਾਬਾ ਸ਼੍ਰੀ ਚੰਦ ਜੀ ਨੂੰ ਗੁਜ਼ਾਰਿਸ਼ ਕਰੋ, ਉਹ ਹੋਰ ਇਨਾਇਤ ਕਰ ਦੇਣਗੇ। ਇਹ ਸੁਣ ਕੇ ਰਿਸ਼ਤੇਦਾਰ ਬਾਰਠ ਸਾਹਿਬ ਪਹੁੰਚ ਗਏ। ਅਤੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਸ਼ੀਸ਼ ਝੁਕਾ ਕੇ ਰੋ ਰੋ ਕੇ ਆਪਣਾ ਹਾਲ ਸੁਣਾਇਆ। ਜਿਵੇਂ ਹੀ ਬਾਬਾ ਮਿਹਰ ਚੰਦ ਜੀ ਦੇ ਕਥਨ ਸੱਚ ਹੋਏ ਸਨ, ਬਾਬਾ ਜੀ ਨੇ ਸਭ ਨੂੰ ਹੌਸਲਾ ਅਤੇ ਅਸ਼ੀਰਵਾਦ ਦਿੱਤਾ ਤੇ ਫਿਰ ਬਾਬਾ ਜੀ ਨੇ ਇੱਕ ਫਲ ਦੇ ਕੇ ਮਿਹਰ ਚੰਦ ਜੀ ਦੀ ਪਤਨੀ ਨੂੰ ਅਸ਼ੀਰਵਾਦ ਦਿੱਤਾ ਕਿ ਜਾਓ, ਆਪ ਦੇ ਘਰ ਦੁਬਾਰਾ ਹੀਰੇ ਵਰਗਾ ਲੜਕਾ ਪੈਦਾ ਹੋਏਗਾ, ਕਿਉਂਕਿ ਇਹ ਸਾਡੀ ਅਨਾਇਤ ਹੈ। ਆਪ ਇਸ ਦਾ ਨਾਮ ਅਨਾਇਤ ਹੀ ਰੱਖਣਾ। ਜਿਸ ਬਰਗਦ ਦੇ ਥੱਲੇ ਪੁੱਤਰ ਮਰਿਆ ਸੀ, ਬਾਲਕ ਦੇ ਪ੍ਰਾਣ ਨਿਕਲ ਗਏ ਸਨ, ਉਸ ਜਗ੍ਹਾ ਤੇ ਅੱਜਕੱਲ ਬਰਗਦ ਦੇ ਥੱਲੇ ਇਹ ਸਥਾਨ ਬਣਿਆ ਹੈ ਜਿੱਥੇ ਲੋਕ ਜੋਤ ਜਗਾਉਂਦੇ ਹਨ। ਇਹ ਮੰਦਿਰ ਬਾਬਾ ਮਿਹਰ ਚੰਦ ਜੀ ਦੇ ਨਾਮ ਦੇ ਨਾਲ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿੱਚ ਸਥਿਤ ਹੈ। ਸਤਨਾਮ ਸ਼੍ਰੀ ਵਾਹਿਗੁਰੂ। हे ਨਾਨਕ ਕਹੇ ਹੈ ਭਾਈ, ਇਹ ਜਗਤ ਇੱਕ ਖੇਲ ਹੈ। ਖੇਲ ਬੰਦਾ ਤੇ ਵਿਗੜਦਾ ਹੀ ਰਹਿੰਦਾ ਹੈ। ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਮਾਲਕ ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਹੀ ਸੰਭਾਲ ਕਰਦਾ ਹੈ। ਆਪਣੀ ਰਚੀ ਹੋਈ ਰਚਨਾ ਦਾ ਖੁਦ ਹੀ ਧਿਆਨ ਰੱਖਦਾ ਹੈ। ਇਸ ਨੂੰ ਆਸਰਾ ਸਹਾਰਾ ਦਿੰਦਾ ਹੈ। ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਜ਼ਰੂਰਤਾਂ ਵੀ ਜਾਣਦਾ ਹੈ। ਪ੍ਰਭੂ ਆਪ ਹੀ ਸਾਰਿਆਂ ਦੇ ਕੀਤੇ ਕਰਮਾਂ ਨੂੰ ਦੇਖਦਾ ਹੈ। ਖੁਦ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ। ਆਪ ਹੀ ਆਪਣੇ ਹੁਕਮ ਨੂੰ ਪਹਿਚਾਨਦਾ ਹੈ ਕਿ ਕਿਵੇਂ ਇਹ ਹੁਕਮ ਜਗਤ ਵਿੱਚ ਵਰਤਿਆ ਜਾਣਾ ਹੈ। ਜਿਸ ਪ੍ਰਭੂ ਨੇ ਇਹ ਜਗਤ ਰਚਨਾ ਕੀਤੀ ਹੋਈ ਹੈ ਉਹ ਇਸ ਦੀਆਂ ਜ਼ਰੂਰਤਾਂ ਵੀ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ। हे ਨਾਨਕ ਕਹੇ ਹੈ ਭਾਈ, ਇਹ ਜਗਤ ਇੱਕ ਖੇਲ ਹੈ। ਇੱਥੇ ਜੋ ਘੜਿਆ ਗਿਆ ਹੈ ਉਸਨੇ ਟੁੱਟਣਾ ਵੀ ਹੈ। ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੁਸੀਂ ਸਾਡੀ ਐਪਲੀਕੇਸ਼ਨ ਵਿੱਚ ਸਾਖੀਆਂ ਕੈਟੇਗਰੀ ਵਾਈਜ਼ ਦੇਖ ਸਕਦੇ ਹੋ, ਗੁਰਬਾਣੀ ਸੁਣ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਐਪ ਡਾਊਨਲੋਡ ਕਰਨ ਦੇ ਲਈ ਅਤੇ ਸਾਨੂੰ ਸਪੋਰਟ ਕਰਨ ਲਈ ਡਿਸਕ੍ਰਿਪਸ਼ਨ ਦੇਖੋ। ਸਤਨਾਮ ਸ਼੍ਰੀ ਵਾਹਿਗੁਰੂ।